सच कहंदी सतगुर दी बाणी, जिंदगी जिवे बुलबुला पानी। सच कहंदी सतगुर दी बाणी, जिंदगी जिवे बुलबुला पानी। ए ना आउंदा समझ किसे नूं जगत च मेला ए, ओ बंदिया तू इस दा खटला मिलिया जन्म सहेला ए। ओ बंदिया तू इस दा खटला मिलिया जन्म सहेला ए। मानस जन्म दुर्लभ गुरां ने पानी विच फुरमाया। जरा सोच तू इस दुनिया ते केड़े कम लई आया। सदा तू इत्थे रहना नहीं, सदा तू इत्थे रहना नहीं, सवबी मिलिया वेला ए। ओ बंदिया तू इस दा खटला मिलिया जन्म सहेला ए। ओ बंदिया तू इस दा खटला मिलिया जन्म सहेला ए। सादी पूंजी जो तेरी दिन दिन घटदी जावे, शेषणियों दे विहाद तैनू गुरबाणी समझावे। किसे ने नाल नहीं जाना, किसे ने नाल नहीं जाना, उड़ना हंस अकेला ए। ओ बंदिया तू इस दा खटला मिलिया जन्म सहेला ए। डैड हाँ जी पुत। मैंने एक स्कूल तो प्रोजेक्ट मिला है कोविड-19 तो तुसी देख सकते हो मैं ठीक बनाया। हाँ जी पुत सुनाओ। COVID-19 facts versus fiction. Facts: washing hands does prevent you from having coronavirus. 50% of people have changed their hygiene behaviors. Social distancing. Dog affected in Hong Kong. Authorities still don't know if wearing masks help a healthy person. Fiction. People living in tropical regions don't have to worry about catching the coronavirus. US has delivered vaccine against coronavirus. Antibiotics are effective. Viruses live on one metal surface for at least 12 hours. ਪੁੱਤ ਤੁਸੀਂ ਆਪ ਲਿਖਿਆ ਸਾਰਾ ਇਹ? ਬਹੁਤ ਸੋਹਣਾ ਹੈ। ਤੁਸੀਂ ਇਹ ਸੈਂਡ ਕਰ ਸਕਦੇ ਆਪਣੀ ਟੀਚਰ ਨੂੰ। ਬਹੁਤ ਵਧੀਆ ਲਿਖਿਆ ਹੈਗਾ। Dad, ਹਾਂਜੀ ਪੁੱਤ। ਮੈਂ ਕੁਐਸਚਨ ਪੁੱਛ ਸਕਦੀ ਹਾਂ? ਹਾਂ ਪੁੱਤ ਪੁੱਛੋ। ਕਿਹੜਾ ਕੁਐਸਚਨ ਪੁੱਛਣਾ ਤੁਸੀਂ? ਜਦੋਂ ਤੁਸੀਂ ਛੋਟੇ ਸੀ ਉਦੋਂ ਵੀ ਕੋਈ ਵਾਇਰਸ ਆਇਆ ਸੀ? ਹਾਂ ਪੁੱਤ, ਉਦੋਂ ਵੀ ਵਾਇਰਸ ਆਇਆ ਸੀ ਤੇ ਉਦੋਂ ਵੀ ਲੋਕਡਾਊਨ ਹੋਇਆ ਸੀ। ਉਹ ਵਾਇਰਸ ਨਫ਼ਰਤ ਦਾ ਵਾਇਰਸ ਤੇ ਉਹ ਲੋਕਡਾਊਨ ਅੱਜ ਵਰਗਾ ਨਹੀਂ, ਬੜਾ ਅਲੱਗ ਲੋਕਡਾਊਨ ਸੀ ਜਿਹਨੂੰ ਯਾਦ ਕਰਕੇ ਸਾਡੀ ਅੱਜ ਵੀ ਰੂਹ ਕੰਬਦੀ ਹੈ ਤੇ ਅਸੀਂ ਉਸ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਯਾਦ ਕਰਦੇ ਹਾਂ। ਉਦੋਂ ਕੀ ਹੋਇਆ ਸੀ ਦੱਸੋ ਨਾ ਡੈਡ। ਪੁੱਤ ਬਹੁਤ ਕੁਝ ਹੋਇਆ ਸੀ, ਬਹੁਤ ਕੁਝ ਹੋਇਆ ਸੀ। ਸਾਡੀ ਕੌਮ ਦੇ ਨਾਲ ਬਹੁਤ ਕੁਝ ਹੋਇਆ ਸੀ। ਇਹ ਗੱਲ ਪੁੱਤ 1984 ਦੀ ਹੈ। ਸਾਲ 1984 ਵਿੱਚ ਧਰਮਯੁੱਧ ਮੋਰਚਾ ਸਿਖਰਾਂ ਤੇ ਸੀ ਤੇ ਅਗਵਾਈ ਕਰ ਰਹੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਮੋਰਚਾ ਜੁਲਾਈ 1982 ਨੂੰ ਲਾਇਆ ਗਿਆ, ਪਰ 1978 ਵਿੱਚ ਨਿਰੰਕਾਰੀ ਕਾਂਡ ਵਿੱਚ 13 ਸਿੰਘਾਂ ਦੀ ਸ਼ਹੀਦੀ ਨੇ ਜਾਗਦੇ ਸਿੱਖ ਸਿਰਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਆਉਣ ਵਾਲਾ ਸਮਾਂ ਸਿੱਖ ਕੌਮ ਲਈ ਸੁਖਾਲਾ ਨਹੀਂ। ਧਰਮਯੁੱਧ ਮੋਰਚੇ ਦਾ ਮੁੱਖ ਮਕਸਦ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਨ ਬਿਨ ਲਾਗੂ ਕਰਵਾਉਣਾ ਸੀ। ਸੰਤ ਜੀ ਪੂਰੀ ਦ੍ਰਿੜਤਾ ਨਾਲ ਡਟੇ ਹੋਏ ਸਨ। ਉਹ ਕਹਿਣੀ ਤੇ ਕਰਨੀ ਦੇ ਪੂਰੇ ਸਨ, ਪਰ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਥੜਕਦੀ ਨਜ਼ਰ ਆਉਣ ਲੱਗੀ ਤੇ ਥੋੜੇ ਹੀ ਸਮੇਂ ਵਿੱਚ ਇਹ ਮੋਰਚੇ ਦਾ ਅਸਿੱਧੇ ਤੌਰ ਦੇ ਉੱਤੇ ਅਸਮਰਥਨ ਕਰਨ ਲੱਗ ਪਈ। ਸਮੇਤ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੰਤਾਂ ਦੀ ਚੜ੍ਹਤ ਇਹਨਾਂ ਨੂੰ ਚੁਭਣ ਲੱਗ ਪਈ ਤੇ ਆਪਣੀਆਂ ਲੂੰਬੜ ਚਾਲਾਂ ਇਹ ਚੱਲਣ ਲੱਗੇ ਤੇ ਪੰਥ ਨਾਲ ਗਦਾਰੀ ਦੀ ਸ਼ੁਰੂਆਤ ਹੋ ਗਈ। ਭਾਵੇਂ ਕਿ ਸੰਤ ਜੀ ਇਹ ਸਭ ਕੁਝ ਜਾਣਦੇ ਸਨ, ਪਰ ਉਹ ਹਮੇਸ਼ਾ ਇੱਕੋ ਹੀ ਗੱਲ ਤੇ ਜ਼ੋਰ ਦਿੰਦੇ ਕਿ ਮੈਂ ਪੰਥ ਨੂੰ ਕੇਸਰੀ ਨਿਸ਼ਾਨ ਸਾਹਿਬ ਹੇਠਾਂ ਇਕੱਠਿਆਂ ਕਰਨਾ ਹੈ। ਭਰਾ ਮਾਰੂ ਜੰਗ ਮੈਂ ਨਹੀਂ ਚਾਹੁੰਦਾ, ਪਰ ਅਕਾਲੀਆਂ ਨੂੰ ਸਿਰਫ ਮੁੱਖ ਮੰਤਰੀ, ਵਿਧਾਨ ਸਭਾ, ਲੋਕ ਸਭਾ ਤੇ ਮੰਤਰੀ ਮੰਡਲ ਦਿਸਦਾ ਸੀ ਤੇ ਬਸ
ਇਹ ਹਮੇਸ਼ਾ ਦੱਬੀ ਜਿਹੀ ਆਵਾਜ਼ ਵਿੱਚ ਥੋੜ੍ਹੇ ਬਹੁਤ ਬਿਆਨ ਦਾਗਦੇ ਤੇ ਇਹੀ ਗੱਲ ਕਹਿੰਦੇ ਕਿ ਸਿੱਖਾਂ ਨਾਲ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਕੋਈ ਵੀ ਕਿਸੇ ਕਿਸਮ ਦੀ ਆਵਾਜ਼ ਨਹੀਂ ਉਠਾਉਂਦੇ। ਪਰ ਸੰਤਾਂ ਨੂੰ ਇਹ ਪੂਰੀ ਤਰ੍ਹਾਂ ਦੇ ਨਾਲ ਪਤਾ ਸੀ ਕਿ ਇਹ ਵਿਤਕਰਾ ਨਹੀਂ, ਇਹ ਇਸ ਤੋਂ ਕਿਤੇ ਪਰੇ ਦੀ ਗੱਲ ਹੈ ਤੇ ਸਾਡੀ ਕੌਮ ਨੂੰ ਇਹ ਅਕਾਲੀ ਦਲ ਦੇ ਲੀਡਰ ਇੱਕ ਵਾਇਰਸ ਦੀ ਤਰ੍ਹਾਂ ਚੰਬੜੇ ਹੋਏ ਹਨ। ਪਰ ਉਹ ਹਮੇਸ਼ਾ ਪੰਥ ਨੂੰ ਇੱਕ ਜਗ੍ਹਾ ਇਕੱਠਿਆਂ ਕਰਨ ਦੀ ਗੱਲ ਕਹਿ ਕੇ ਆਪਣੇ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਸਾਰੀਆਂ ਕੋਸ਼ਿਸ਼ਾਂ ਜਾਰੀ ਰੱਖਦੇ। ਸਾਲ 1984 ਚੜ੍ਹਦੇ ਹੀ ਪੰਜਾਬ ਦੇ ਹਾਲਾਤ ਵਿਗੜਨ ਲੱਗੇ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਸਰਕਾਰ ਕੁਝ ਅਜਿਹੀਆਂ ਚਾਲਾਂ ਚੱਲਣ ਲੱਗੀ ਕਿ ਜਿਸ ਤੋਂ ਇਹ ਸਾਫ਼ ਨਜ਼ਰ ਆਉਣ ਲੱਗਿਆ ਕਿ ਸ਼ਾਇਦ ਸਰਕਾਰ ਦੇ ਇਰਾਦੇ ਕੁਝ ਠੀਕ ਨਹੀਂ ਹਨ। ਸਾਫ਼ ਸੁਥਰੇ ਮੋਰਚੇ ਨੂੰ ਇਹ ਅਲੱਗ ਜਿਹਾ ਚਿਹਰਾ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸਨ। ਕੇਂਦਰ ਸਰਕਾਰ ਨੇ ਸਿੱਖਾਂ ਤੋਂ ਇਲਾਵਾ ਹੋਰ ਬਾਕੀ ਕਮਿਊਨਿਟੀਆਂ, ਬਾਕੀ ਕੌਮਾਂ ਨੂੰ ਇਸ ਸੰਘਰਸ਼ ਦਾ ਸਿੱਧਾ ਦੇਸ਼ ਵਿਰੋਧ ਦਾ ਨਾਅਰਾ ਦੇ ਕੇ ਉਹਨਾਂ ਨੂੰ ਸਿੱਖਾਂ ਦੇ ਵਿਰੁੱਧ ਕਰਨਾ ਤੇ ਸਿੱਖਾਂ ਨੂੰ ਖਾਸ ਨਾਵਾਂ ਦੇ ਨਾਲ ਪੁਕਾਰਨਾ, ਇਹ ਇੱਕ ਸੋਚੀ ਸਮਝੀ ਚਾਲ ਅਧੀਨ ਹੋ ਰਿਹਾ ਸੀ ਤੇ ਸਿੱਖਾਂ ਨੂੰ ਲਗਾਤਾਰ ਵੱਖਵਾਦੀ, ਅੱਤਵਾਦੀ, ਮੁੱਠੀ ਭਰ ਲੋਕ ਜਿਹੇ ਸ਼ਬਦਾਂ ਨਾਲ ਸਰਕਾਰ ਪੁਕਾਰਦੀ ਤੇ ਇਹ ਕੰਮ ਉਸ ਮੌਕੇ ਦੀਆਂ ਅਖਬਾਰਾਂ, ਰਸਾਲੇ ਤੇ ਮੀਡੀਆ ਰਾਹੀਂ ਪ੍ਰਚਾਰ ਵੱਡੇ ਰੂਪ ਦੇ ਵਿੱਚ ਹੋਣ ਲੱਗਿਆ। ਮਈ ਮਹੀਨਾ ਆਉਂਦੇ ਆਉਂਦੇ ਤਕਰੀਬਨ ਪੰਜਾਬ ਦੀ ਤਸਵੀਰ ਬਦਲ ਚੁੱਕੀ ਸੀ। ਹਾਲਾਤ ਬਿਲਕੁਲ ਅਲੱਗ ਦਿਖਾਈ ਦੇਣ ਲੱਗ ਪਏ ਸਨ। ਤਕਰੀਬਨ ਮਈ ਦੇ ਅੱਧ ਤੱਕ ਬਹੁਤ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ, ਲੀਡਰਾਂ ਨੇ ਤਕਰੀਬਨ ਇੰਦਰਾ ਗਾਂਧੀ ਨੂੰ ਹਰ ਰੋਜ਼ ਇਹ ਮਿਹਣਾ ਮਾਰਿਆ ਜਾਂਦਾ ਸੀਗਾ ਕਿ ਦਰਬਾਰ ਸਾਹਿਬ ਤੇ ਹਮਲਾ ਕਿਉਂ ਨਹੀਂ ਕੀਤਾ ਜਾ ਰਿਹਾ, ਕਿਉਂ ਨਹੀਂ ਤੁਸੀਂ ਕਾਰਵਾਈ ਕਰਦੇ। ਇਸ ਤਰ੍ਹਾਂ ਦੇ ਬਿਆਨ ਰੋਜ਼ ਬਰੋਜ਼ ਦਾਗੇ ਜਾਂਦੇ ਤੇ ਤਕਰੀਬਨ ਬਹੁਤ ਵੱਡੀ ਗਿਣਤੀ ਵਿੱਚ ਇਹ ਲੀਡਰ ਹਰ ਰੋਜ਼ ਅਲੱਗ-ਅਲੱਗ ਅਖਬਾਰਾਂ ਦੇ ਰਾਹੀਂ ਇਹੋ ਜਿਹੇ ਬਿਆਨਬਾਜ਼ੀ ਲਗਾਤਾਰ ਕਰ ਰਹੇ ਸਨ ਤੇ ਅਖੀਰ ਮਈ ਦੇ ਅੰਤ ਆਉਂਦਿਆਂ ਪੰਜਾਬ ਦੀ ਤਸਵੀਰ ਬਿਲਕੁਲ ਬਦਲ ਗਈ। ਇਹ ਦੇਖਣ ਵਿੱਚ ਆ ਰਿਹਾ ਸੀਗਾ ਕਿ ਬਹੁਤ ਸਾਰੀ ਫੌਜ ਜਿਹੜੀ ਆ ਉਹ ਪੰਜਾਬ ਦੇ ਵੱਲ ਕੂਚ ਕਰਨਾ ਸ਼ੁਰੂ ਕਰ ਰਹੀ ਹੈ ਤੇ ਬਹੁਤ ਸਾਰੇ ਨੀਮ ਦਲ ਫੌਜੀ ਦਸਤੇ ਪੰਜਾਬ ਨੂੰ ਤਕਰੀਬਨ ਇੱਕ ਛਾਉਣੀ ਦੇ ਵਿੱਚ ਤਬਦੀਲ ਕਰ ਰਹੇ ਸਨ ਤੇ ਅਖੀਰ ਤਕਰੀਬਨ 1 ਜੂਨ ਨੂੰ ਗੋਲਾਬਾਰੀ ਸ਼ੁਰੂ ਹੋ ਚੁੱਕੀ ਸੀ। ਰੁਕ ਕੇ ਗੋਲਾਬਾਰੀ ਹੋ ਰਹੀ ਸੀ ਪਰ ਸੰਗਤਾਂ ਤਕਰੀਬਨ ਨਤਮਸਤਕ ਹੋਣ ਲਈ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ। ਤੇ ਅਖੀਰ 5 ਤੇ 6 ਜੂਨ 1984 ਦੀ ਵਿਚਕਾਰਲੀ ਰਾਤ ਨੂੰ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੇ ਤੋਪਾਂ ਨਾਲ ਭਿਆਨਕ ਹੱਲਾ ਬੋਲ ਕੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਦੱਖਣੀ ਹਿੱਸੇ ਨੂੰ ਤੋਪਾਂ ਦੇ ਗੋਲਿਆਂ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਤਕਰੀਬਨ ਗਿਣਤੀ ਦੇ ਜੁਝਾਰੂ ਸਿੰਘਾਂ ਵੱਲੋਂ ਦਿੱਤੀ ਗਈ ਕਰਾਰੀ ਟੱਕਰ ਤੋਂ ਬਖਲਾਹਟ ਵਿੱਚ ਆਈ ਭਾਰਤੀ ਫੌਜੀਆਂ ਨੇ ਦਰਬਾਰ ਸਮੂਹ ਅੰਦਰ ਮੌਜੂਦ ਨਿਹੱਥੇ ਸਿੰਘਾਂ, ਸਿੰਘਣੀਆਂ ਤੇ ਪਚੰਗੀਆਂ ਨੂੰ, ਜਿਨ੍ਹਾਂ ਚੋਂ ਵੱਡੀ ਗਿਣਤੀ ਵਿੱਚ ਉਹਨਾਂ ਚੋਂ ਸ਼ਰਧਾਲੂ ਹੀ ਸਨ ਜੋ 5ਵੇਂ ਪਾਤਸ਼ਾਹ ਦੇ ਪਾਵਨ ਸ਼ਹੀਦੀ ਦਿਹਾੜੇ ਉੱਤੇ ਅਚੇਚੇ ਤੌਰ ਤੇ ਦਰਸ਼ਨ ਇਸ਼ਨਾਨ ਕਰਨ ਲਈ ਦਰਬਾਰ ਸਾਹਿਬ ਪਹੁੰਚੇ ਹੋਏ ਸਨ। ਹਜ਼ਾਰਾਂ ਦੀ ਸੰਖਿਆ ਵਿੱਚ ਬੇਰਹਿਮੀ ਨਾਲ ਕਤਲ ਕਰ ਸੁੱਟਿਆ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤਾਂਡਵ ਦਾ ਨਾਚ ਨੱਚਿਆ। ਦਰਬਾਰ ਸਾਹਿਬ ਕੰਪਲੈਕਸ ਉੱਤੇ ਧਾੜਵੀਆਂ ਵਾਂਗ ਫੌਜੀ ਹਮਲਾ ਕਰਕੇ ਇਸ ਅੰਦਰ ਮੌਜੂਦ ਪਾਵਨ ਇਮਾਰਤਾਂ ਦਾ ਭਾਰੀ ਨੁਕਸਾਨ ਕਰ ਦੇਣ
ਅਤੇ ਹਜ਼ਾਰਾਂ ਨਿਹੱਥੇ ਬੇਦੋਸ਼ੇ ਸਿੰਘ ਸ਼ਰਧਾਲੂਆਂ ਨੂੰ 7 ਬੇਗਾਨਿਆਂ ਵਾਂਗ ਗੋਲੀਆਂ ਨਾਲ ਭੁੰਨ ਦੇਣ ਦੀ ਵਹਿਸ਼ਿਆਨਾ ਕਾਰਵਾਈ ਨੇ ਸਿੱਖ ਜਗਤ ਨੂੰ ਯਕੀਨ ਹੀ ਨਹੀਂ ਗਹਿਰੇ ਸਦਮੇ ਵਿੱਚ ਡੋਬ ਦਿੱਤਾ ਸੀ। ਜੇਕਰ ਇਹ ਸਿਲਸਿਲਾ ਇੱਥੇ ਤੱਕ ਹੀ ਸੀਮਤ ਰਿਹਾ ਹੁੰਦਾ ਤਾਂ ਵੀ ਸ਼ਾਇਦ ਸਿੱਖ ਕੌਮ ਅੰਦਰਲੇ ਕੁਝ ਵਰਗਾਂ ਨੇ ਇਸ ਨੂੰ ਮਾੜਾ ਸੁਪਨਾ ਸਮਝ ਕੇ ਹੌਲੀ ਹੌਲੀ ਚੇਤੇ 'ਚੋਂ ਵਸਾਰ ਦੇਣਾ ਸੀ ਅਤੇ ਭਾਰਤੀ ਰਾਜ ਵਿੱਚ ਉਹਨਾਂ ਦੇ ਵਿਸ਼ਵਾਸ ਤੇ ਸ਼ਰਧਾ ਨੂੰ ਕੋਈ ਵੱਡੀ ਆਂਚ ਨਹੀਂ ਸੀ ਆਉਣੀ। ਪਰੰਤੂ ਹਮਲੇ ਤੋਂ ਬਾਅਦ ਮੀਡੀਆ ਵੱਲੋਂ ਦੇਸ਼ ਦੇ ਲੋਕਾਂ ਸਾਹਮਣੇ ਇਸ ਨੂੰ ਜਿਵੇਂ ਇੱਕ ਵੱਡੀ ਜਿੱਤ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਅਤੇ ਦੇਸ਼ ਦੇ ਬਹੁਗਿਣਤੀ ਭਾਈਚਾਰੇ ਤੇ ਰਾਜਸੀ ਦਲਾਂ ਨੇ ਇਸ ਦਾ ਜਿਸ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਸ ਨਾਲ ਸਿੱਖਾਂ ਦੇ ਮਨਾਂ ਵਿੱਚ ਭਾਰਤ ਅੰਦਰ ਆਪਣੇ ਭਵਿੱਖ ਨੂੰ ਲੈ ਕੇ ਵੱਡੇ ਸਵਾਲ ਤੇ ਸ਼ੰਕੇ ਉੱਭਰ ਆਏ। ਉਸ ਨਾਲ ਸਿੱਖਾਂ ਦੇ ਮਨਾਂ ਅੰਦਰ ਆਪਣੇ ਭਵਿੱਖ ਨੂੰ ਲੈ ਕੇ ਵੱਡੇ ਸਵਾਲ ਤੇ ਸ਼ੰਕੇ ਉੱਭਰ ਆਏ। ਭਾਰਤ ਦੇ ਲਗਭਗ ਹਰ ਮੁੱਖ ਅਖਬਾਰ ਦੇ ਰਸਾਲੇ ਨੇ ਇਸ ਫੌਜੀ ਕਾਰਵਾਈ ਦੀ ਜੈ ਜੈਕਾਰ ਕੀਤੀ। ਬਹੁਤ ਸਾਰੇ ਅਖਬਾਰਾਂ ਨੇ ਮੂਹਰਲੇ ਸਫ਼ੇ ਦੇ ਸੰਪਾਦਕੀਆਂ ਛਾਪੀਆਂ ਜਿਨ੍ਹਾਂ ਵਿੱਚ ਇਸ ਕਾਰਵਾਈ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਭਾਰਤੀ ਫੌਜ ਨੂੰ ਲੱਖ ਲੱਖ ਪ੍ਰਣਾਮ ਕੀਤਾ ਗਿਆ। ਆਲ ਇੰਡੀਆ ਨਿਊਜ਼ਪੇਪਰ ਐਡੀਟਰਸ ਕਾਨਫਰੰਸ ਦੇ ਪ੍ਰੈਸ ਕਲੱਬ ਆਫ ਇੰਡੀਆ ਵਰਗੇ ਅਖਬਾਰੀ ਸੰਗਠਨਾਂ ਦੇ ਅਦਾਰਿਆਂ ਜੋ ਆਮ ਕਰਕੇ ਪ੍ਰੈਸ ਨਾਲ ਸੰਬੰਧਿਤ ਮੁੱਦਿਆਂ ਬਾਰੇ ਆਪਣਾ ਸਰੋਕਾਰ ਪ੍ਰਗਟਾਉਣ ਤੱਕ ਹੀ ਸੀਮਤ ਰਹਿੰਦੇ ਨੇ, ਇਸ ਕਾਰਵਾਈ ਦੇ ਹੱਕ ਵਿੱਚ ਬਿਆਨ ਜਾਰੀ ਕੀਤੇ। ਇਹਨਾਂ ਵਿੱਚੋਂ ਕਿਸੇ ਨੇ ਵੀ ਫੌਜੀ ਕਾਰਵਾਈ ਦੀ ਲੋੜ ਅਤੇ ਸਿਆਣਪ ਬਾਰੇ ਸਵਾਲ ਕਰਨ ਦੀ ਜ਼ਰੂਰਤ ਨਹੀਂ ਸਮਝੀ। ਪੰਜੇ ਖੱਬੇ ਪਾਰਟੀਆਂ CPI, CPM, ਫਾਰਵਰਡ ਬਲਾਕ, RMP ਦੇ ਚੋਟੀ ਦੇ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿੱਚ ਜਾਬਰ ਧਿਰ ਭਾਰਤ ਸਰਕਾਰ ਨੂੰ ਫਿੱਟ ਲਾਹਨਤ ਪਾਉਣ ਦੀ ਥਾਵੇਂ ਉਲਟਾ ਮਜਲੂਮ ਧਿਰ ਸਿੱਖ ਕੌਮ ਨੂੰ ਹੀ ਆਪਣਾ ਗੁਨਾਹ ਪਛਾਣਨ ਅਤੇ ਇਸ ਦੇ ਬਦਲੇ ਵਿੱਚ ਮਿਲੀ ਸਜ਼ਾ ਨੂੰ ਚੁੱਪਚਾਪ ਬਰਦਾਸ਼ਤ ਕਰ ਲੈਣ ਦੀ ਨਸੀਹਤ ਦੇਣੀ ਜ਼ਰੂਰੀ ਸਮਝੀ ਗਈ। ਜੂਨ 1984 ਵਿੱਚ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤੇ ਜਦ ਇਹ ਸਾਰਾ ਕੁਝ ਖਤਮ ਹੋ ਗਿਆ, ਭਾਰਤੀ ਬਹੁਗਿਣਤੀ ਹਿੰਦੂਆਂ ਵੱਲੋਂ ਉਚੇਚੇ ਤੌਰ ਦੇ ਉੱਤੇ ਲੱਡੂ ਵੰਡੇ ਗਏ ਤੇ ਖੁਸ਼ੀਆਂ ਮਨਾਈਆਂ ਗਈਆਂ। ਤੇ ਇੱਥੇ ਪੁੱਤ ਸਿਰਫ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਕਿ ਇਸ ਦੇ ਉੱਤੇ ਇਸ ਤੋਂ ਵੱਡਾ ਸਬੂਤ 9 ਮਾਸ ਦੇ ਰਿਸ਼ਤੇ ਦਾ ਸ਼ਾਇਦ ਨਹੀਂ ਦਿੱਤਾ ਜਾ ਸਕਦਾ। ਉਹਨਾਂ ਨੇ ਆਪਣੇ ਰਿਸ਼ਤੇ ਨੂੰ ਬੜੇ ਖੁੱਲੇ ਰੂਪ ਦੇ ਵਿੱਚ ਪ੍ਰਗਟ ਕੀਤਾ ਤੇ ਸ਼ਾਇਦ ਇਹੀ ਗੱਲ ਸਾਡੀ ਕੌਮ ਨੂੰ ਕਦੀ ਸਮਝ ਨਹੀਂ ਆਈ। 6 ਜੂਨ 1984 ਨੂੰ ਮਹਾਨ ਕੌਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀ ਸ਼ਹੀਦੀ ਪਾ ਗਏ ਤੇ ਤਕਰੀਬਨ ਸ਼ਾਮ ਤੱਕ ਹੁੰਦੇ ਇਹ ਲੜਾਈ ਦਾ ਜਿਹੜਾ ਰੁਖ ਸੀ ਉਹ ਹੋਰ ਤਰੀਕੇ ਨਾਲ ਬਦਲ ਗਿਆ। ਸੰਤ ਜੀ ਆਪਣੀ ਕਹਿਣੀ ਅਨੁਸਾਰ ਸ਼ਹੀਦੀ ਪਾ ਕੇ ਆਪਣਾ ਨਾਮ ਸਿੱਖ ਇਤਿਹਾਸ ਦੇ ਵਿੱਚ ਇੱਕ ਅਲੱਗ ਰੂਪ ਦੇ ਵਿੱਚ ਛੱਡ ਗਏ ਤੇ ਦੂਸਰੇ ਪਾਸੇ ਅਕਾਲੀ ਦਲ ਬਾਹਾਂ ਖੜੀਆਂ ਕਰਕੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆ ਗਿਆ ਤੇ ਸਰਕਾਰ ਦੀ ਨੀਤੀ ਅਨੁਸਾਰ ਕੁਝ ਸਮਾਂ ਕੁਝ ਅਕਾਲੀ ਲੀਡਰ ਸਿਰਫ ਅੱਖਾਂ ਪੂੰਝਣ ਨੂੰ ਕੁਝ ਟਾਈਮ ਜੇਲ੍ਹ 'ਚ ਰਹਿਣ ਤੋਂ ਬਾਅਦ ਛੁੱਟ ਕੇ ਤੇ ਉਸ ਤੋਂ ਬਾਅਦ ਆਪਣੀਆਂ ਕੁਰਸੀਆਂ ਦਾ ਆਨੰਦ ਮਾਣਨ ਲੱਗੇ। ਪਰ ਇਤਿਹਾਸ ਫਿਰ ਦੁਹਰਾਇਆ ਗਿਆ। ਜਿਸ ਤਰ੍ਹਾਂ ਕਿ ਸਿੱਖਾਂ ਦੀ ਰਵਾਇਤ ਰਹੀ ਹੈ ਕਿ ਜਿਸ ਨੇ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤਕਰੀਬਨ 5 ਮਹੀਨੇ ਦੇ ਵਿੱਚ ਉਸ ਦਾ ਬਦਲਾ ਸਿੰਘਾਂ ਵੱਲੋਂ ਜ਼ਰੂਰ ਲਿਆ ਗਿਆ ਤੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਹੋਇਆ। ਸਤਵੰਤ ਸਿੰਘ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਫਿਰ ਸਿੱਖਾਂ ਵਾਸਤੇ ਇੱਕ ਹੋਰ ਮਾੜੀ ਸ਼ੁਰੂਆਤ ਹੋ ਗਈ। 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਸ਼ਾਇਦ ਉਸ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਦਾ ਇੱਕ ਹੋਰ ਦੌਰ ਸ਼ੁਰੂ ਹੋ ਗਿਆ। 31 ਅਕਤੂਬਰ ਦੀ ਸ਼ਾਮ ਨੂੰ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਅੰਦਰ ਜਿਸ ਵੇਲੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ ਲੈ ਰਿਹਾ ਸੀ, ਉਸ ਵੇਲੇ ਤੱਕ ਦੇਸ਼ ਦੀ ਰਾਜਧਾਨੀ ਅੰਦਰ ਹਿੰਦੂ ਪੀੜਾਂ ਵੱਲੋਂ ਸਿੱਖਾਂ ਉੱਤੇ ਵਿਆਪਕ ਪੱਥਰ ਤੇ ਹਮਲੇ ਹੋਣੇ ਸ਼ੁਰੂ ਹੋ ਚੁੱਕੇ ਸਨ।
ਸਿੱਖਾਂ ਨੂੰ ਉਹਨਾਂ ਦੇ ਨਿੱਜੀ ਵਾਹਨਾਂ ਤੇ ਬੱਸਾਂ ਤੋਂ ਲਾ ਕੇ ਸ਼ਰੇਆਮ ਸੜਕਾਂ ਉੱਤੇ ਕਟਾਪਾ ਚਾੜਿਆ ਜਾ ਰਿਹਾ ਸੀ। ਉਹਨਾਂ ਦੀਆਂ ਕਾਰਾਂ ਸਕੂਟਰਾਂ ਨੂੰ ਰੋਕ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ। ਸੜਕਾਂ ਉੱਤੇ ਹੀ ਉਹਨਾਂ ਦੀਆਂ ਪੱਗਾਂ ਲਾਈਆਂ ਸਾੜੀਆਂ ਜਾ ਰਹੀਆਂ ਸਨ। ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਤਿਵੇਂ ਤਿਵੇਂ ਸਿੱਖਾਂ ਵਿਰੁੱਧ ਫਿਰਕੂ ਨਫ਼ਰਤ ਤੇ ਦੁਸ਼ਮਣੀ ਦੀ ਅੱਗ ਨਵੇਂ ਖੇਤਰਾਂ ਤੱਕ ਫੈਲਦੀ ਚਲੀ ਗਈ ਅਤੇ ਇਸ ਵਿੱਚ ਕਰਤੂਤਾਂ ਤੇ ਕਰੂਪਤਾ ਦੀ ਮਾਤਰਾ ਲਗਾਤਾਰ ਵੱਧਦੀ ਚਲੀ ਗਈ। 31 ਅਕਤੂਬਰ ਦੀ ਸ਼ਾਮ ਨੂੰ ਸਿੱਖਾਂ ਦੀ ਕੁੱਟਮਾਰ ਅਤੇ ਉਹਨਾਂ ਦੇ ਵਾਹਨਾਂ ਦੀ ਸਾੜ ਪੂਕ ਤੋਂ ਸ਼ੁਰੂ ਹੋਇਆ ਅਮਲ ਅਗਲੇ ਦਿਨ ਉਹਨਾਂ ਦੀ ਵਿਸ਼ਾਲ ਪੱਧਰ ਤੇ ਕਤਲੋ ਗਾਰਤ ਵਿੱਚ ਤਬਦੀਲ ਹੋ ਗਿਆ। ਸਿੱਖ ਵਿਰੋਧੀ ਫਿਰਕੂ ਹਿੰਸਾ ਦੀ ਇਸ ਅੱਗ ਨੇ ਉੱਤਰੀ ਭਾਰਤ ਦੇ ਮੱਧ ਦੇ ਲਗਭਗ 80 ਸ਼ਹਿਰਾਂ ਤੇ ਕਸਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਸਿਲਸਿਲਾ 3 ਦਿਨ ਤੱਕ ਬੇਰੋਕ ਤੇ ਬੇਟੋਕ ਚੱਲਦਾ ਰਿਹਾ। ਇਹਨਾਂ 3 ਦਿਨਾਂ ਦੇ ਵਿੱਚ ਦੇਸ਼ ਅੰਦਰ 10,000 ਦੇ ਕਰੀਬ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਕੱਲੀ ਦਿੱਲੀ ਅੰਦਰ ਹੀ ਹਿੰਦੂ ਹਜੂਮਾਂ ਦੁਆਰਾ 4,000 ਦੇ ਲਗਭਗ ਸਿੰਘਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਸਿੱਖਾਂ ਦੇ 2,000 ਤੋਂ ਵੱਧ ਟਰੱਕਾਂ ਤੇ ਟੈਕਸੀਆਂ ਕਾਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਕੁੱਲ ਮਿਲਾ ਕੇ ਸਿੱਖਾਂ ਦੀ ਤਕਰੀਬਨ 3 ਅਰਬ 300 ਕਰੋੜ ਰੁਪਏ ਦੀ ਜਾਇਦਾਦ ਲੁੱਟੀ ਜਾਂ ਸਾੜ ਸੁੱਟੀ ਸੀ। ਦਿੱਲੀ ਅੰਦਰ 50,000 ਤੋਂ ਵੱਧ ਸਿੱਖ ਬੇਘਰ ਹੋ ਕੇ ਰਿਫਿਊਜੀ ਕੈਂਪਾਂ ਅੰਦਰ ਸ਼ਰਨ ਲੈਣ ਲਈ ਮਜਬੂਰ ਹੋ ਗਏ। 20 ਤੋਂ ਲੈ ਕੇ 30,000 ਤੱਕ ਸਿੱਖ ਪਰਿਵਾਰ ਦਿੱਲੀ ਛੱਡ ਕੇ ਪੰਜਾਬ ਜਾਂ ਹੋਰਨਾਂ ਥਾਵਾਂ ਤੇ ਚਲੇ ਗਏ। ਇਸ ਖੂਨੀ ਵਰਤਾਰੇ ਨੇ ਸਮੁੱਚੇ ਸਿੱਖ ਜਗਤ ਨੂੰ ਅਤੀ ਗਹਿਰੇ ਸਦਮੇ, ਸੋਗ ਤੇ ਦੋਖ ਵਿੱਚ ਡੋਬ ਦਿੱਤਾ। ਸਿੱਖਾਂ ਦੀਆਂ ਅਜੋਕੀਆਂ ਪੁਸ਼ਤਾਂ ਨੇ ਆਪਣੇ ਉੱਤੇ ਅਜਿਹਾ ਖੂਨੀ ਕਹਿਰ ਢਹਿੰਦਾ ਕਦੇ ਨਹੀਂ ਸੀ ਵੇਖਿਆ। ਸ਼ਾਇਦ ਇਹ ਸਭ ਕੁਝ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ। ਇਸ ਤਰ੍ਹਾਂ 1984 ਵਿੱਚ 2 ਵੱਡੇ ਸਾਕੇ ਹਟਾਉਣ ਤੋਂ ਬਾਅਦ ਜੁੜੇ ਪਹਿਲੇ ਹੋਲੇ ਮਹੱਲੇ ਉੱਤੇ ਹੀ ਸਿੱਖ ਕੌਮ ਨੇ ਦਿੱਲੀ ਦੇ ਹਾਕਮਾਂ ਨੂੰ ਇਹ ਗੂੰਜਵਾ ਸੰਦੇਸ਼ ਦੇ ਦਿੱਤਾ ਸੀ ਕਿ ਦਸ਼ਮ ਪਿਤਾ ਦੀ ਨਾਦੀ ਪੁੱਤਰਾਂ ਦੀ ਇਸ ਕੌਮ ਨੇ ਜ਼ੁਲਮਾਂ ਮੁਰੇ ਲਿਖਣਾ ਨਹੀਂ ਸਿੱਖਿਆ ਹੋਇਆ। ਇਤਿਹਾਸ ਗਵਾਹ ਹੈ ਕਿ ਇਸ ਨੂੰ ਲੁਫਾਉਣ ਦੇ ਯਤਨ ਕਰਨ ਵਾਲੇ ਖੁਦ ਹੀ ਤਬਾਹ ਹੋ ਜਾਂਦੇ ਹਨ ਅਤੇ 1985 ਦੇ ਹੋਲੇ ਮਹੱਲੇ ਉੱਤੇ ਸਿੱਖ ਕੌਮ ਨੇ ਆਪਣਾ ਇਸ ਗੌਰਵਸ਼ਾਲੀ ਇਤਿਹਾਸ ਲਾਜ ਪਾਲਣ ਦੀ ਦ੍ਰਿੜ ਨਿਸ਼ਚਾ ਪ੍ਰਗਟਾ ਦਿੱਤੀ ਸੀ। ਤੇ ਹੁਣ ਪੰਜਾਬ ਵਿੱਚ 2 ਵੱਡੇ ਸਾਕਿਆਂ ਤੋਂ ਬਾਅਦ ਨੌਜਵਾਨਾਂ ਨੇ ਹਥਿਆਰ ਚੁੱਕ ਲਏ ਤੇ ਜਦੋਂ ਤੁਹਾਡੇ ਕੋਲ ਕੋਈ ਅਪੀਲ ਦਲੀਲ ਦੇ ਰਸਤੇ ਬੰਦ ਹੋ ਜਾਂਦੇ ਹਨ ਤੇ ਫਿਰ ਸ਼ਾਇਦ ਇਸ ਤੋਂ ਇਲਾਵਾ ਕੋਈ ਰਸਤਾ ਵੀ ਨਹੀਂ ਬਚਦਾ। ਉਧਰ ਆਪਰੇਸ਼ਨ ਵੁੱਡ ਰੋਜ਼ ਦੌਰਾਨ ਸਰਕਾਰੀ ਜਬਰ ਅਤੇ ਗ੍ਰਿਫਤਾਰੀਆਂ ਤੋਂ ਬਚਣ ਲਈ ਜਿਹੜੇ ਖਾੜਕੂ ਤੱਤ ਜਾਂ ਖਾੜਕੂ ਵਿਚਾਰਧਾਰਾ ਨਾਲ ਜੁੜੇ ਆਮ ਸਿੱਖ ਨੌਜਵਾਨ ਪੰਜਾਬ ਤੋਂ ਬਾਹਰ ਦਿੱਲੀ, ਯੂਪੀ, ਬੰਬਈ, ਕਲਕੱਤਾ ਆਦਿ ਥਾਵਾਂ ਤੇ ਚਲੇ ਗਏ ਸਨ। ਸਿੱਖ ਵਿਰੋਧੀ ਹਿੰਸਾ ਤੋਂ ਬਾਅਦ ਉਹਨਾਂ ਲਗਭਗ ਸਾਰੇ ਜਾਣਿਆਂ ਪੰਜਾਬ ਵੱਲ ਵਾਪਸ ਚਾਲੇ ਪਾ ਦਿੱਤੇ ਤੇ ਬਹੁਤ ਸਾਰੇ ਨੌਜਵਾਨ 1985 ਵਿੱਚ ਹੌਲੀ-ਹੌਲੀ ਪੰਜਾਬ ਵਿੱਚ ਆ ਗਏ। ਇਸ ਦੇ ਨਾਲ ਹੀ ਸੈਂਕੜਿਆਂ ਦੀ ਸੰਖਿਆ ਵਿੱਚ ਹੋਰ ਨਵੇਂ ਸਿੱਖ ਨੌਜਵਾਨ ਖਾੜਕੂ ਸਫਾਂ ਵਿੱਚ ਸ਼ਾਮਲ ਹੋਣ ਲੱਗੇ ਤੇ ਆਪਣੇ ਆਪ ਨੂੰ ਇਹ ਤਿਆਰ ਕਰ ਰਹੇ ਸਨ ਕਿ ਅਸੀਂ ਸਿਸਟਮ ਦੇ ਵਿਰੁੱਧ ਲੜਾਈ ਵੱਡੇ ਰੂਪ ਦੇ ਵਿੱਚ ਲੜਨੀ ਹੈ। ਇਸ ਤਰ੍ਹਾਂ ਪੰਜਾਬ ਦੀ ਧਰਤੀ ਉੱਤੇ ਲੜੀ ਜਾਣ ਵਾਲੀ ਇੱਕ ਨਵੀਂ ਘਮਸਾਨ ਲੜਾਈ ਦਾ ਪਿੜ ਭੱਜ ਗਿਆ। ਸ਼ੁਰੂਆਤੀ ਦੌਰ ਦੇ ਵਿੱਚ ਨੌਜਵਾਨਾਂ ਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਤੇ ਪੰਜਾਬ ਨੂੰ ਲੀਹਾਂ ਤੇ ਲਿਆਉਣ ਵਾਸਤੇ ਬਹੁਤ ਸਾਰੇ ਚੰਗੇ ਕਦਮਾਂ ਦੀ ਸ਼ੁਰੂਆਤ ਕੀਤੀ, ਪਰ ਸਰਕਾਰੀ ਤਾਕਤ ਤੇ ਏਜੰਸੀਆਂ ਦੀ ਭੇਟ ਚੜ੍ਹਿਆ ਇਹ ਲਹਿਰ ਤਕਰੀਬਨ ਕੁਝ ਸਾਲਾਂ ਦੇ ਬਾਅਦ ਠੰਡੀ ਪੈਣੀ ਸ਼ੁਰੂ ਹੋ ਗਈ। ਇਸ ਵਿੱਚ ਅਲੱਗ ਤਰ੍ਹਾਂ ਦੇ ਲੋਕ ਜੁੜਨੇ ਸ਼ੁਰੂ ਹੋ ਗਏ ਜੋ ਕਿ ਸਰਕਾਰ ਵੱਲੋਂ ਸਪੈਸ਼ਲ ਟ੍ਰੇਨਡ ਕਰਕੇ ਭੇਜੇ ਗਏ ਸਨ ਤੇ ਲਹਿਰ ਨੂੰ ਬਦਨਾਮ ਕਰਨ ਲਈ ਬਹੁਤ ਸਾਰੀਆਂ ਅਜਿਹੀਆਂ ਹਰਕਤਾਂ ਹੋਈਆਂ, ਅਜਿਹੇ ਕੰਮ ਕੀਤੇ ਗਏ, ਅਜਿਹੀਆਂ ਬੇਲੋੜੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਨਾਲ ਖਾੜਕੂਵਾਦ ਬਦਨਾਮ ਹੋ ਜਾਵੇ। ਇਸ ਸਿਸਟਮ ਵਿਰੁੱਧ ਲੜਾਈ ਨੂੰ ਫਿਰ ਹਿੰਦੂਆਂ ਵਿਰੁੱਧ ਲੜਾਈ ਕਰਾਰ ਦੇ ਕੇ ਸਰਕਾਰ ਨੇ ਬੜੀ ਹੀ ਚਾਲ ਦੇ ਨਾਲ ਇਸ ਨੂੰ ਦਬਾ ਦਿੱਤਾ। ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਘਰਾਂ ਤੋਂ ਕੱਢ ਕੇ ਕਿਤੇ ਚੁੱਕ ਕੇ ਮਾਰ ਦਿੱਤਾ ਗਿਆ ਤੇ ਅੱਜ ਤੱਕ ਉਹਨਾਂ ਨੂੰ ਲਵਾਰਸ ਲਾਸ਼ਾਂ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ। ਬਹੁਤ ਸਾਰੇ ਨੌਜਵਾਨਾਂ ਦਾ ਜਿੰਦਾ ਹੋਣ ਦਾ ਅੱਜ ਤੱਕ ਕੋਈ ਸਬੂਤ ਨਹੀਂ ਮਿਲਿਆ।
ਤੇ ਸ਼ਾਇਦ ਪੰਜਾਬ ਵਾਸਤੇ ਇੱਕ ਖੂਨੀ ਸਾਕਾ ਹੋ ਨਿਪੜਿਆ। ਇਹ ਸੀ ਪੁੱਤ ਸਾਡੇ ਲੋਕਡਾਊਨ ਦੀ ਦਾਸਤਾਨ। ਜਿਸ ਤਰ੍ਹਾਂ ਕਿ ਅੱਜ ਤਕਰੀਬਨ 125 ਦੇਸ਼ਾਂ ਨੇ ਇੱਕ ਖਾਸ ਦੇਸ਼ ਉੱਤੇ ਇਹ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਨੇ ਕਿ ਵਾਇਰਸ ਉਹਨਾਂ ਦੀ ਦੇਣ ਹੈ, ਪਰ ਅਫਸੋਸ ਦੀ ਗੱਲ ਕਿ ਇਹਨਾਂ 'ਚੋਂ ਕਿਸੇ ਵੀ ਮੁਲਕ ਨੇ ਵੱਡੇ 3 ਘੱਲੂਘਾਰੇ ਤੇ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਹੋਈ ਨਸਲਕੁਸ਼ੀ ਬਾਰੇ ਕੁਝ ਨਹੀਂ ਬੋਲਿਆ। ਅੱਜ ਤੱਕ ਕੁਝ ਨਹੀਂ ਬੋਲਿਆ। ਨਾ ਇਨਸਾਫ ਮਿਲਿਆ, ਨਾ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਨਾ ਹੀ ਨੌਜਵਾਨਾਂ ਦੇ ਨਾਲ ਇਨਸਾਫ ਕੀਤਾ ਗਿਆ। ਇਹ ਇੱਕ ਬਦਕਿਸਮਤੀ ਹੈ, ਇਹ ਸਾਡੀ ਕੌਮ ਦੀ ਬਦਕਿਸਮਤੀ ਹੈ। ਤੇ ਇਹ ਸੀ ਪੁੱਤ 1984 ਦਾ ਸਾਡਾ ਲਾਕਡਾਊਨ। ਅਣਚਿਤਵਿਆ ਕਹਿਰ, ਨਾ ਮੰਨਣ ਯੋਗ, ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ। ਏਦਾਂ ਹੋਇਆ ਸੀ ਸਾਡੀ ਕੌਮ ਨਾਲ ਡੈਡ? ਹਾਂ ਪੁੱਤ, ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ ਪੁੱਤ। ਜੋ ਕੁਛ ਮੈਂ ਤੈਨੂੰ ਦੱਸਿਆ ਉਹ ਤੈਨੂੰ ਸਮਝ ਆਇਆ? ਹਾਂਜੀ, ਕੁਝ ਸਮਝ ਆਇਆ। ਹਾਂ ਪੁੱਤ, ਕੁਛ ਸਮਝ ਲਿਆ, ਬਹੁਤ ਵਧੀਆ ਗੱਲ ਹੈ। ਹੱਲੇ ਤੇ ਸਾਡੀ ਕੌਮ ਨੂੰ ਹੀ ਸਮਝ ਨਹੀਂ ਆਇਆ ਤੇ ਤੁਸੀਂ ਤੇ ਪੁੱਤ ਹਾਲੇ ਬਹੁਤ ਛੋਟੇ ਬੱਚੇ ਹੋ। ਫਿਰ ਹੁਣ ਕੀ ਕਰਨਾ ਚਾਹੀਦਾ? ਸਾਨੂੰ ਪੁੱਤ ਹੁਣ ਅਰਦਾਸ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਅੱਗੇ, ਹੁਣ ਦੇ ਸਮੇਂ ਵਾਸਤੇ ਵੀ ਤੇ ਪੁਰਾਣੇ ਸਮੇਂ ਵਾਸਤੇ ਵੀ। ਤੇ ਅਰਦਾਸ ਵਿੱਚ ਬੜੀ ਤਾਕਤ ਹੁੰਦੀ ਹੈ। ਹੱਥ ਜੋੜ ਕਰਾਂ ਯਾਰ ਰੋਈ ਮੇਰਾ, ਤੁਧ ਬਿਨ ਹੋਰ ਨਾ ਕੋਈ। ਹੱਥ ਜੋੜ ਕਰਾਂ ਯਾਰ ਰੋਈ ਮੇਰਾ, ਤੁਧ ਬਿਨ ਹੋਰ ਨਾ ਕੋਈ। ਹੁਣ ਤਾਂ ਕਰ ਦੇ ਕਿਰਪਾ ਦਾਤਿਆ, ਹੁਣ ਤਾਂ ਕਰ ਦੇ ਕਿਰਪਾ ਦਾਤਿਆ, ਦਿਸਦਾ ਨਹੀਂ ਕੋਈ ਰਾਹ। ਭਵ ਸਾਗਰ ਵਿੱਚ ਡੁੱਬਦੀ ਜਾਂਦੀ ਬੇੜੀ ਬੰਨੇ ਲਾ, ਭਵ ਸਾਗਰ ਵਿੱਚ ਡੁੱਬਦੀ ਜਾਂਦੀ ਬੇੜੀ ਬੰਨੇ ਲਾ। ਦਾਸ ਤੇਰਾ ਅਰਦਾਸ ਕਰਾਂ ਮੈਂ, ਤੇਰੇ ਤੋਂ ਬਸ ਆਸ ਕਰਾਂ ਮੈਂ, ਤੇਰੇ ਤੋਂ
ਬਾਬਾ ਤੇਰੀ ਕੌਮ ਨੂੰ ਖਾ ਗਏ ਗਦਾਰ, ਸਾਨੂੰ ਕਿਤੇ ਨਾ ਲੱਭਦੇ ਸੱਚੇ ਕਰਤਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ, ਵਿੱਚ ਜ਼ਮੀਰਾਂ ਬਹਿ ਗਏ ਇਹ ਵਿੱਚ ਸਰਕਾਰ, ਸਾਡੀ ਬਾਂਹ ਨਾ ਕੋਈ ਫੜਦਾ ਸੱਚਾ ਕਰਤਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। ਬਾਬੇ ਬਣ ਕੇ ਸਾਇੰਟਿਸਟ ਤੇ ਅਪਗ੍ਰੇਡ, ਤੇਰੀ ਗੁਰਬਾਣੀ ਰਹੇ ਵਿਗਾੜ। ਬਣ ਕੇ ਪੰਥ ਹਤੈਸ਼ੀ, ਪੰਥ ਦਾ ਕਰ ਰਹੇ ਕੂੜ ਪ੍ਰਚਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। ਬਾਬਾ ਤੇਰੀ ਕੌਮ ਨੂੰ ਖਾ ਗਏ ਗਦਾਰ, ਖਾ ਗਏ ਗਦਾਰ। ਡੈਡ, ਹਾਂਜੀ ਪੁੱਤ। ਅਰਦਾਸ ਵਿੱਚ ਇੰਨੀ ਤਾਕਤ ਹੁੰਦੀ ਹੈ? ਹਾਂ ਪੁੱਤ, ਸੱਚੇ ਮਨ ਨਾਲ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਤੇ ਫਿਰ ਬਹੁਤ ਤਾਕਤ ਬਣ ਜਾਂਦੀ ਹੈ ਅਰਦਾਸ ਵਿੱਚ। ਡੈਡ, ਮੈਂ ਇੱਕ ਹੋਰ ਕੁਐਸਚਨ ਪੁੱਛ ਸਕਦੀ ਹਾਂ? ਹਾਂ ਪੁੱਤ, ਪੁੱਛੋ। ਕੀ ਪੁੱਛਣਾ? ਸਾਡੀ ਕੌਮ ਕਿਉਂ ਨਹੀਂ ਸਮਝੀ ਹਲੇ ਤੱਕ? ਕਿਵੇਂ ਦਵਾਂਗੇ ਇਹਨਾਂ ਬੱਚਿਆਂ ਦੇ ਸਵਾਲਾਂ ਦੇ ਜਵਾਬ? ਪੁੱਤ, ਕੌਮ ਸਾਡੀ ਪਤਾ ਕਿਉਂ ਨਹੀਂ ਸਮਝੀ? ਕਿਉਂਕਿ ਕੌਮ ਦੇ ਵਿੱਚ ਗਦਾਰ ਇੰਨੇ ਪੈਦਾ ਹੋ ਗਏ ਕਿ ਸਾਡੀ ਕੌਮ ਨੂੰ ਇਹ ਗੱਲ ਸਮਝ ਵੀ ਨਹੀਂ ਆਈ ਕਿ ਸਾਡੇ ਨਾਲ ਹੋ ਕੀ ਰਿਹਾ। ਗਦਾਰਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ, ਬਾਬਿਆਂ ਦੇ ਰੂਪ ਦੇ ਵਿੱਚ, ਲੀਡਰਾਂ ਦੇ ਰੂਪ ਦੇ ਵਿੱਚ। ਅਸੀਂ ਹਾਲੇ ਤੱਕ ਇਹ ਗੱਲ ਸਮਝ ਨਹੀਂ ਪਾਏ। ਤੁਸੀਂ ਬੱਚੇ ਹੋ, ਤੁਸੀਂ ਕੀ ਸਮਝੋਗੇ? ਇਹ ਸਾਡੀ ਬਦਕਿਸਮਤੀ ਹੈ। ਅਸੀਂ ਹਾਲੇ ਤੱਕ ਇਹ ਚੀਜ਼ ਮਹਿਸੂਸ ਨਹੀਂ ਕਰ ਪਾਏ ਕਿ ਸਾਡੇ ਨਾਲ ਹੋ ਕੀ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਕੀ ਹੋਵੇਗਾ। ਫਿਰ ਅਰਦਾਸ ਤੋਂ ਇਲਾਵਾ ਕੀ ਕਰਨਾ ਚਾਹੀਦਾ? ਹਾਂ ਪੁੱਤ, ਅਰਦਾਸ ਤੋਂ ਇਲਾਵਾ ਸਾਨੂੰ ਬਹੁਤ ਕੁਝ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਸਿੱਖੀ ਸਿਧਾਂਤ ਸਾਨੂੰ ਯਾਦ ਰੱਖਣੇ ਪੈਣਗੇ। ਸਾਨੂੰ ਸਿੱਖੀ ਸਿਧਾਂਤ ਅਗਰ ਯਾਦ ਹੋਣਗੇ, ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਅਸੀਂ ਬੋਲਣਾ ਸਿੱਖੀਏ, ਅਸੀਂ ਪੜ੍ਹਨਾ ਸਿੱਖੀਏ ਤੇ ਅਸੀਂ ਆਪਣੀ ਕੌਮ ਨੂੰ ਬਚਾ ਸਕਦੇ ਹਾਂ। ਨਹੀਂ ਤੇ ਆਉਣ ਵਾਲਾ ਸਮਾਂ ਸਾਡੀ ਕੌਮ ਵਾਸਤੇ ਕੋਈ ਚੰਗੇ ਦਿਨ ਨਹੀਂ ਲੈ ਕੇ ਆਏਗਾ ਤੇ ਇਹ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਵਾਇਰਸ ਸਾਡੀ ਕੌਮ ਸਦਾ ਖਾਂਦੇ ਰਹਿਣਗੇ। ਅੱਜ ਤੱਕ ਇਹਨਾਂ ਦੀ ਕੋਈ ਵੈਕਸੀਨ ਨਹੀਂ ਬਣੀ ਤੇ ਆਉਣ ਵਾਲੇ ਸਮੇਂ ਤੇ ਵੀ ਕੋਈ ਵੈਕਸੀਨ ਬਣਨੀ ਨਹੀਂ। ਜੇ ਅਸੀਂ ਇਹਨਾਂ ਨੂੰ ਪਹਿਚਾਣਿਆ ਨਾ, ਢੋਲਕੀਆਂ ਕੁੱਟ ਕੇ, ਭਾਸ਼ਣ ਦੇ ਕੇ ਅਸੀਂ ਕੌਮ ਨਹੀਂ ਬਚਾ ਸਕਦੇ। ਕੌਮ ਬਚਦੀ ਹੈ ਸਿਧਾਂਤਾਂ ਦੇ ਉੱਤੇ। ਤੇ ਅਸੀਂ ਬੋਲਣਾ ਸਿੱਖੀਏ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਿੱਖੀਏ। ਲੜਨਾ ਸਿਰਫ ਰਾਈਫਲਾਂ ਪਿਸਤੌਲਾਂ ਚੱਕ ਕੇ ਨਹੀਂ ਹੁੰਦਾ, ਲੜਨਾ ਇਹ ਵੀ ਹੁੰਦਾ ਅਸੀਂ ਇਸ ਤਰ੍ਹਾਂ ਵੀ ਲੜ ਸਕਦੇ ਹੈਗੇ ਆ ਕਿ ਕੌਮ ਪ੍ਰਤੀ ਕੁਝ ਚੰਗਾ ਬੋਲੀਏ, ਅਸੀਂ ਕੌਮ ਦੇ ਸਿਧਾਂਤਾਂ ਨੂੰ ਦੁਨੀਆ ਦੇ ਸਾਹਮਣੇ ਰੱਖੀਏ। ਸੋ ਇਹ ਤੁਹਾਡਾ ਵੀ ਫਰਜ਼ ਬਣਦਾ ਪੁੱਤ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕਿ ਸਿੱਖੀ ਸਿਧਾਂਤ ਨੂੰ ਯਾਦ ਰੱਖੋ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਓ। ਤੇ ਫਿਰ ਸ਼ਾਇਦ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਵਧੀਆ ਹੋ ਸਕਦਾ ਤੇ ਫਿਰ ਅਸੀਂ ਬਹੁਤ ਕੁਝ ਕੌਮ ਵਾਸਤੇ ਕਰ ਸਕਦੇ ਹਾਂ। ਪਰ ਜੇ ਇਸ ਤਰ੍ਹਾਂ ਨਾਲ ਚੱਲਦੇ ਰਹੇ, ਇਹ ਮਾਡਰਨ ਬਾਬੇ, ਇਹ ਅਪਗ੍ਰੇਡ ਬਾਬੇ, ਇਹ ਸਾਡੇ ਸੋ ਕਾਲਡ ਲੀਡਰ ਜਿਨ੍ਹਾਂ ਨੂੰ ਅਸੀਂ ਲੀਡਰ ਮੰਨ ਕੇ ਬੈਠੇ ਹੋਏ ਆ, ਇਹ ਸਾਡੀ ਕੌਮ ਨੂੰ ਪਿੱਛੋਂ ਤੋਂ ਲੈ ਕੇ ਹੁਣ ਤੱਕ ਖਾਂਦੇ ਆਏ ਨੇ ਤੇ ਖਾਂਦੇ ਰਹਿਣਗੇ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ। ਸੋ ਹਰ ਸਿੱਖ ਨੂੰ ਇੱਕ ਚੀਜ਼ ਯਾਦ ਰੱਖਣੀ ਪਏਗੀ, ਇੱਕ ਚੀਜ਼ ਯਾਦ ਰੱਖਣੀ ਪਏਗੀ, ਉਸ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਹੀ ਹੋਈ ਗੱਲ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ, ਮੌਤ। ਸੋ 3 ਵਾਰ ਹਰ ਸਿੱਖ ਕਮ ਸੇ ਕਮ ਦਿਨ 'ਚ ਯਾਦ ਰੱਖੇ ਕਿ ਮੈਂ ਆਪਣੀ ਜ਼ਮੀਰ ਨੂੰ ਜਿੰਦਾ ਕਰਕੇ ਰੱਖਣਾ ਤੇ ਅਸੀਂ ਬਹੁਤ ਕੁਝ ਖੱਟ ਲਵਾਂਗੇ। ਮਰੀਆਂ ਜ਼ਮੀਰਾਂ ਵਾਲੇ ਮਰ ਜਾਣਗੇ, ਅਸੀਂ ਆਪਣੀ ਜ਼ਮੀਰ ਜਿੰਦਾ ਕਰ ਲਵਾਂਗੇ ਤੇ ਸਾਡੀ ਕੌਮ ਜਿਹੜੀ ਆ ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਵੱਡੇ ਰੂਪ ਦੇ ਵਿੱਚ ਉਭਰੇਗੀ। ਮੈਨੂੰ ਇਹ ਲੱਗਦਾ
कि जे साडी कौम दे वायरस तुसीं ये बेड़ा चक लो ते साडी कौम जिहड़ी आ ਉਹ दुनिया ਦੇ नक्शे ਦੇ ਉੱਤੇ अलग छाप ਛੱਡੇਗੀ। Dad? ਹਾਂਜੀ ਪੁੱਤ। मेरा एक और सवाल है। ਤੂੰ ਸਵਾਲ ਬਹੁਤ ਕਰਦੀ ਆ ਪੁੱਤ, ਦੱਸ ਕੀ ਸਵਾਲ ਹੈ? फिर उस लड़ाई का रिजल्ट क्या आया? ਲੜਾਈ ਦਾ ਰਿਜ਼ਲਟ? ਪੁੱਤ ਲੜਾਈ ਸਾਡੀ ਹੱਲੇ ਜਾਰੀ ਆ ਤੇ ਰਿਜ਼ਲਟ ਆਉਣਾ ਵੀ ਹੱਲੇ ਬਾਕੀ ਆ। ਪੰਜ ਦਰਿਆਂ ਦੀ ਪਾਕ ਪਵਿੱਤਰ ਧਰਤੀ ਭਾਗਾਂ ਵਾਲੀ, ਇਸ ਧਰਤੀ ਦੇ ਜਾਇਆ ਰੱਖੀ ਗੈਰਤ ਅਣਖ ਸੰਭਾਲੀ। ਸਿੱਖ ਕੌਮ ਨਾ ਧੱਕਾ ਕਰਦੀ ਨਾ ਜਰਨ ਦੀ ਆਦੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਪੰਜ ਦਰਿਆਂ ਦੀ ਪਾਕ ਪਵਿੱਤਰ ਧਰਤੀ ਭਾਗਾਂ ਵਾਲੀ, ਇਸ ਧਰਤੀ ਦੇ ਜਾਇਆ ਰੱਖੀ ਗੈਰਤ ਅਣਖ ਸੰਭਾਲੀ। ਸਿੱਖ ਕੌਮ ਨਾ ਧੱਕਾ ਕਰਦੀ ਨਾ ਜਰਨ ਦੀ ਆਦੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਦਸਮ ਪਿਤਾ ਸਿੱਖ ਕੌਮ ਦੇ ਆਗੂ ਨੇ ਜਦ ਕਲਮ ਉਠਾਈ, ਲੇਖ ਫਤਿਹ ਦੀ ਚਿੱਠੀ ਯਾਲ ਮੁਰੰਗੇ ਵੱਲ ਕਲਾਈ। ਉਹ ਪੜਦੇ ਸਾਰ ਕਿਨਾਰਾ ਕਰ ਗਿਆ ਦੁਨੀਆ ਤੋਂ ਅਪਰਾਧੀ, ਪੜਦੇ ਸਾਰ ਕਿਨਾਰਾ ਕਰ ਗਿਆ ਦੁਨੀਆ ਤੋਂ ਅਪਰਾਧੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਬੰਦਾ ਸਿੰਘ ਬਹਾਦਰ ਬਣਿਆ, ਬੰਦਾ ਸਿੰਘ ਬਹਾਦਰ ਬਣਿਆ ਜੋ ਇੱਕ ਸਾਧ ਬਰਾਗੀ, ਪੋ ਲਈ ਜਦ ਉਸ ਖੰਡੇ ਦੀ ਸੁੱਤੀ ਗੈਰਤ ਜਾਗੀ। ਲਾਲਾਂ ਦਾ ਬਦਲਾ ਉਸਨੇ ਤਾਸਰ ਹਿੰਦ ਦੀ ਵਾਦੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਮੱਸੇ ਰੰਗੜ ਜ਼ੁਲਮ ਕਮਾਇਆ ਹਰ ਮੰਦਰ ਵਿੱਚ ਬੈਕੇ, ਕੀ ਖੱਟਿਆ ਸੀ ਉਸ ਪਾਪੀ ਨੇ ਸਿੱਖ ਕੌਮ ਨਾਲ ਠੇਕੇ। ਸੁੱਖਾ ਸਿੰਘ ਮਹਿਤਾਬ ਸਿੰਘ ਨੇ ਲਾਹੀ ਉਸ ਦੀ ਭਾਜੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। 1919 ਦੀ ਜਿਸ ਦਿਨ ਚੜੀ ਵਿਸਾਖੀ ਪਾਈ, ਜਰਨਲ ਡਾਇਰ ਨੇ ਜਲਿਆਂਵਾਲੇ ਵਿੱਚ ਹੋਣੀ ਵਰਤਾਈ। ਊਧਮ ਸਿੰਘ ਨੇ ਲੰਡਨ ਜਾ ਕੇ ਗੋਲੀ ਹਿੱਕ ਵਿੱਚ ਦਾਗੀ, ਊਧਮ ਸਿੰਘ ਨੇ ਲੰਡਨ ਜਾ ਕੇ ਗੋਲੀ ਹਿੱਕ ਵਿੱਚ ਦਾਗੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਇੰਦਰਾ ਪਾਪਣ ਨੀਤੋਂ ਖੋਟੀ, ਇੰਦਰਾ ਪਾਪਣ ਨੀਤੋਂ ਖੋਟੀ ਤਖਤ ਅਕਾਲ ਟਵਾਇਆ, ਬੇਅੰਤ ਸਿੰਘ ਸਤਵੰਤ ਸਿੰਘ ਨੇ ਸਿਰ ਨਾਲ ਬਚਨ ਨਿਭਾਇਆ। ਇੰਦਰਾ ਉੱਤੇ ਕਰੀ ਜੋਧਿਆਂ ਫੈਰਿੰਗ ਬੇਹਸਾਬੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਬਦਲਾ ਲੈਂਦੇ ਸੁੱਖਾ ਜਿੰਦਾ ਜ਼ੂਨ 84 ਵਾਲਾ, ਪੂਨੇ ਜਾ ਕੇ ਮਾਰ ਮੁਕਾਇਆ ਵੈਦਾ ਜ਼ਾਲਮ ਵਾਲਾ। ਗੈਰਤਮੰਦ ਸਿੱਖਾਂ ਨੂੰ ਐਵੇਂ ਸਮਝੋ ਨਾ ਅਤਵਾਦੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਸਿੱਖ ਕੌਮ ਨੇ ਪੈਦਾ ਕੀਤੇ ਯੋਧੇ ਭਿੰਡਰਾਂ ਵਾਲੇ, ਸਿੱਖ ਕੌਮ ਨੇ ਪੈਦਾ ਕੀਤੇ ਯੋਧੇ ਭਿੰਡਰਾਂ ਵਾਲੇ, ਬੱਬਰ ਸ਼ੇਰ ਵਧਾਵਾ ਸਿੰਘ ਦੇ ਅਣਖੀ ਵੀਰ ਨਰਾਲੇ। ਮਰਦ ਬ੍ਰਹਮੇ ਵਰਗੇ ਜੂਝੇ ਯੋਧੇ ਇਨਕਲਾਬੀ, ਮਰਦ ਬ੍ਰਹਮੇ ਵਰਗੇ ਜੂਝੇ ਯੋਧੇ ਇਨਕਲਾਬੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਜਿਸ ਕਿਸੇ ਵੀ ਸਿੱਖ ਕੌਮ ਤੇ ਘਾਤਕ ਹਮਲਾ ਕੀਤਾ, ਵਾਂਗ ਬੇਅੰਤੇ ਉਸ ਜ਼ਾਲਮ ਨੂੰ ਕਰਤਾ ਫੀਤਾ ਫੀਤਾ। ਜਿਉਂਦਾ ਰੇ ਜਗਤਾਰ ਹਵਾਰਾ ਤਾਕਤ ਬੇਹਸਾਬੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ। ਕੁਰਸੀ ਖਾਤਰ ਕੇਸ ਗੈਰ ਦੇ ਛਿੱਤਰ ਚੱਟੀ ਜਾਣੇ, ਧਰਮ ਨੂੰ ਖੋਰਾ ਲਾਉਣ ਵਾਲਿਓ ਬਣ ਜੋ ਤੁਸੀਂ ਸਿਆਣੇ। ਝੁਕ ਕੇ ਜੂਨ ਦੇ ਨਾਲੋਂ ਹੋ ਜਾ ਅਮਰਜੀਤ ਸਿਆ ਬਾਗੀ, ਝੁਕ ਕੇ ਜੂਨ ਦੇ ਨਾਲੋਂ ਹੋ ਜਾ ਅਮਰਜੀਤ ਸਿਆ ਬਾਗੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ ਪੰਜਾਬੀ, ਦੁਸ਼ਮਣ ਦਾ ਲਾ ਦੇਣ ਨਹੀਂ ਹੁੰਦਾ ਅਣਖੀ ਸ਼ੇਰ